ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ ਜੋ ਭਾਈ ਗੁਰਦਾਸ ਜੀ ਦਾ ਪਾਵਨ ਕਵਿਤ ਸਾਂਝਾ ਕਰਨ ਜਾ ਰਿਹਾ ਹਾਂ, ਉਸ ਕਵਿਤ ਦੇ ਅੰਦਰ ਭਾਈ ਗੁਰਦਾਸ ਜੀ ਨੇ ਸਾਨੂੰ 3 ਉਦਾਹਰਨਾਂ ਦੇ ਰਾਹੀਂ ਜੋ ਗੁਰਮਤਿ ਦੀ ਗੱਲ ਦੱਸੀ ਹੈ, ਉਹ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਪਹਿਲੀ ਉਦਾਹਰਣ ਦੇ ਵਿੱਚ ਇੱਕ ਗਾਂ ਤੇ ਵੱਛੇ ਦਾ ਜ਼ਿਕਰ ਕੀਤਾ ਹੈ। ਦੂਸਰੀ ਉਦਾਹਰਣ ਦੇ ਵਿੱਚ ਭਾਈ ਗੁਰਦਾਸ ਜੀ ਨੇ ਇੱਕ ਹੰਸ ਦਾ ਜ਼ਿਕਰ ਕੀਤਾ ਹੈ ਅਤੇ ਤੀਸਰੀ ਉਦਾਹਰਣ ਦੇ ਵਿੱਚ, ਕਿਉਂਕਿ ਰਾਜੇ ਮਹਾਰਾਜਿਆਂ ਦੇ ਸਮੇਂ ਦੇ ਇਸ ਕਵਿਤ ਵਿੱਚ ਗੱਲ ਕੀਤੀ ਗਈ ਹੈ ਕਿ ਰਾਜੇ ਦੇ ਦਰਬਾਰ ਨੂੰ ਛੱਡ ਕੇ ਕਿਸੇ ਹੋਰ ਰਾਜੇ ਦੇ ਦਰ ਤੇ ਜਾਣਾ, ਸੌਖੇ ਸ਼ਬਦਾਂ ਵਿੱਚ ਜੇ ਇਸ ਗੱਲ ਦਾ ਜ਼ਿਕਰ ਕਰੀਏ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਸਰਕਾਰ ਨੂੰ ਛੱਡ ਕੇ ਦੂਸਰੀ ਸਰਕਾਰ ਦੇ ਵੱਲ ਚਲੇ ਜਾਣਾ। ਇਹਨਾਂ 3 ਉਦਾਹਰਨਾਂ ਤੋਂ ਭਾਈ ਗੁਰਦਾਸ ਜੀ ਨੇ ਸਾਨੂੰ ਗੁਰਮਤ ਦ੍ਰਿੜ ਕਰਵਾਈ ਹੈ। ਸੋ ਮੈਂ ਆਪ ਜੀ ਦੇ ਨਾਲ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਵਿੱਚੋਂ ਪਹਿਲੀ ਉਦਾਹਰਨ ਸਾਂਝੀ ਕਰਾਂ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਤਰ੍ਹਾਂ ਇੱਕ ਗਾਂ ਦਾ ਵੱਛਾ ਆਪਣੀ ਮਾਂ ਭਾਵ ਗਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਕੋਲ ਗਿਆ, ਭਾਈ ਗੁਰਦਾਸ ਜੀ ਕਹਿੰਦੇ ਜਦੋਂ ਉਹਨੇ ਉੱਥੋਂ ਆਪਣੇ ਤਨ ਦੀ ਖੁਰਾਕ ਲੈਣ ਦਾ ਯਤਨ ਕੀਤਾ, ਭਾਵ ਦੁੱਧ ਪੀਣ ਦਾ ਯਤਨ ਕੀਤਾ, ਤੇ ਉਸ ਗਾਂ ਨੇ ਉਸ ਵੱਛੇ ਨੂੰ ਲੱਤ ਮਾਰੀ, ਛੜਾ ਮਾਰੀ। ਕਹਿਣ ਤੋਂ ਭਾਵ ਭਾਈ ਗੁਰਦਾਸ ਜੀ ਦੱਸਣਾ ਚਾਹੁੰਦੇ ਨੇ ਕਿ ਜਦੋਂ ਅਸੀਂ ਆਪਣੇ ਨੂੰ ਛੱਡ ਕੇ ਕਿਤੇ ਹੋਰ ਕੋਲ ਜਾਂਦੇ ਹਾਂ ਤੇ ਸਾਡਾ ਉੱਥੇ ਨਿਰਾਦਰ ਹੁੰਦਾ ਹੈ। ਦੂਸਰੀ ਉਦਾਹਰਨ ਦੇ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਹੰਸ ਦਾ, ਕਿ ਜਿਸ ਤਰ੍ਹਾਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਛੱਪੜ ਤੇ ਜਾ ਕੇ ਬੈਠ ਜਾਂਦਾ ਹੈ ਅਤੇ ਉੱਥੇ ਉਸ ਨੂੰ ਉਹਦੀ ਖੁਰਾਕ, ਉਹ ਜੋ ਉਸਦੇ ਤਨ ਨੂੰ ਪਾਲਣ ਵਾਲੀ ਖੁਰਾਕ ਹੈ, ਹੀਰੇ ਮੋਤੀ ਨੇ, ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਛੱਪੜ ਤੋਂ ਨਹੀਂ ਮਿਲਣੇ। ਇਸ ਕਰਕੇ ਉਹ ਆਪਣੇ ਜ਼ਿੰਦਗੀ ਦੇ ਆਧਾਰ ਆਸਰੇ ਨੂੰ ਛੱਡ ਕੇ, ਮਾਨ ਸਰੋਵਰ ਨੂੰ ਛੱਡ ਕੇ ਕਿਸੇ ਦੂਸਰੀ ਜਗ੍ਹਾ ਚਲਾ ਗਿਆ, ਉਹਦਾ ਵੀ ਉੱਥੇ ਨਿਰਾਦਰ ਹੋਇਆ। ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਕੋਈ ਆਪਣੇ ਰਾਜ ਨੂੰ ਛੱਡ ਕੇ, ਆਪਣੇ ਰਾਜੇ ਦੀ ਸ਼ਰਨ ਨੂੰ ਛੱਡ ਕੇ, ਅੱਜ ਦੇ ਲਫ਼ਜ਼ਾਂ ਵਿੱਚ ਆਪਣੀ ਸਰਕਾਰ ਨੂੰ ਛੱਡ ਕੇ ਕਿਸੇ ਦੂਸਰੇ ਦੀ ਸਰਕਾਰ ਵੱਲ ਜਾਂਦੇ ਨੇ। ਭਾਈ ਗੁਰਦਾਸ ਜੀ ਦਾ ਕਹਿਣਾ ਹੈ, ਇਹ ਮੇਰਾ ਕਹਿਣਾ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਵੀ ਉੱਥੇ ਜਾ ਕੇ ਵੀ ਇਨਸਾਨ ਦਾ ਕਈ ਵਾਰ ਨਿਰਾਦਰ ਹੁੰਦਾ ਹੈ। ਕਿਉਂਕਿ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਪੜ੍ਹਦੇ ਹਾਂ, ਉਹਦੇ ਵਿੱਚ ਜੋ ਲਿਖਿਆ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਉੱਥੇ ਇਹ ਗੱਲ ਲਿਖੀ ਗਈ ਹੈ ਕਿ ਜਦੋਂ ਅਸੀਂ ਆਪਣੀ ਸਰਕਾਰ ਛੱਡ ਕੇ ਦੂਸਰੀ ਸਰਕਾਰ ਵਿੱਚ ਜਾਂਦੇ ਹਾਂ ਤਾਂ ਉਹਨਾਂ ਦੇ ਮਨਾਂ ਅੰਦਰ ਇਹ ਵਿਚਾਰ ਆਉਂਦੀ ਹੈ, ਉਹਨਾਂ ਦੇ ਮਨਾਂ ਅੰਦਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਇਨਸਾਨ ਭਗੌੜਾ ਦੂਸਰੀ ਸਰਕਾਰ ਛੱਡ ਕੇ ਸਾਡੇ ਵਿੱਚ ਆ ਗਿਆ, ਕਿਤੇ ਇਹ ਨਾ ਹੋਵੇ ਕੱਲ ਨੂੰ ਸਾਨੂੰ ਛੱਡ ਕੇ ਕਿਤੇ ਹੋਰ ਚਲਾ ਜਾਵੇ। ਇਹ 3 ਉਦਾਹਰਨਾਂ ਤੇ ਇਹਨਾਂ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ, ਐ ਗੁਰੂ ਦਾ ਸਿੱਖਾ, ਜੇਕਰ ਤੂੰ ਗੁਰੂ ਨੂੰ ਛੱਡ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਮੜੀਆਂ ਮਸਾਣਾ ਕਬਰਾਂ ਸਮਾਧਾਂ ਤੇ ਜਾਂ ਕਿਤੇ ਨਾ ਕਿਤੇ ਗੁਰੂ ਨੂੰ ਛੱਡ ਕੇ ਕਿਸੇ ਮਨੁੱਖ ਦੀ ਪੂਜਾ ਕਰ ਰਿਹਾ ਹੈ ਤਾਂ ਤੇਰਾ ਹਾਲ ਉਸ ਗਾਂ ਦੇ ਵੱਛੇ ਵਰਗਾ ਹੋਵੇਗਾ, ਤੇਰਾ ਹਾਲ ਉਸ ਹੰਸ ਵਰਗਾ ਹੋਵੇਗਾ ਜਿਸ ਨੇ ਮਾਨ ਸਰੋਵਰ ਨੂੰ ਛੱਡ ਦਿੱਤਾ, ਤੇਰਾ ਹਾਲ ਉਸ ਇਨਸਾਨ ਵਰਗਾ ਹੋਵੇਗਾ ਜਿਸ ਨੇ ਆਪਣੇ ਰਾਜੇ ਨੂੰ ਛੱਡ ਕੇ ਕਿਸੇ ਹੋਰ ਰਾਜੇ ਦੇ ਉਹਦਾ ਪੱਲਾ ਪਕੜ ਲਿਆ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਤੂੰ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾਵੇਂਗਾ ਤਾਂ ਤੇਰਾ ਉੱਥੇ ਅਪਮਾਨ ਹੋਵੇਗਾ, ਤੇਰਾ ਉੱਥੇ ਸਤਿਕਾਰ ਨਹੀਂ ਹੋਵੇਗਾ। ਮੈਂ ਆਪ ਜੀ ਦੇ ਨਾਲ ਭਾਈ ਗੁਰਦਾਸ ਜੀ ਦਾ ਪਾਵਨ ਕਵਿਤ ਸਾਂਝਾ ਕਰਾਂ। ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਭੂਲ ਬਸ਼ਰਾ, ਭੁੱਲਿਆ ਹੋਇਆ ਬੱਚਾ ਹੈ, ਜੈਸੇ ਭੂਲ ਬਸ਼ਰਾ ਪਰਤ ਆਣ ਗਾਏ ਥਨ, ਦੁਗਧ ਨਾ ਪਾਣ ਕਰੈ ਮਾਰਤ ਹੈ ਲਾਤ। ਉੱਥੇ ਉਹਨੂੰ ਲੱਤਾਂ ਹੀ ਪੈਂਦੀਆਂ ਨੇ। ਦੂਜੀ ਉਦਾਹਰਨ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਜੈਸੇ ਮਾਨ ਸਰ ਤਿਆਗ ਆਨ ਸਰ ਜਾਤ ਹੰਸ, ਖਾਦ ਨਾ ਮੁਕਤਾਹ ਫਲ ਭੁਗਤੋ ਜੋ ਗਾਤ ਕੀ। ਜਿਹੜੇ ਉਹਦੇ ਸਰੀਰ ਦੀ ਪਾਲਣਾ ਕਰਦੀ ਹੈ,
ਉਹਨੂੰ ਉਹ ਖੁਰਾਕ ਛੱਪੜਾਂ ਤੋਂ ਨਹੀਂ ਮਿਲਦੀ। ਤੀਸਰੀ ਉਦਾਹਰਨ ਵਿੱਚ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ ਹੋਤ ਮਾਨ ਭੰਗ ਮਹਿਮਾਨਾ ਕਾਹੂ ਬਾਤ ਕੀ। ਉੱਥੇ ਉਹਦੀ ਮਹਿਮਾ ਵਡਿਆਈ ਨਹੀਂ ਹੁੰਦੀ, ਉੱਥੇ ਉਹਦਾ ਜਿਹੜਾ ਮਾਣ ਸਨਮਾਨ ਉਹਦਾ ਭੰਗ ਹੁੰਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਕਿ ਸਤਿਗੁਰ ਅਸਰਨ ਸਰਨ ਦਇਆਲ ਦੇਵ ਸਿੱਖਣ ਕੋ ਭੁਲਬੋ ਨਾ ਰਿੱਧ ਮੈਂ ਨਿਹਾਰ ਹੈ। ਸਤਿਗੁਰੂ ਅਸ਼ਰਨ ਨੂੰ ਸ਼ਰਨ ਦੇਣ ਵਾਲਾ ਹੈ, ਦਇਆਲੂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਪਾਵਨ ਗੁਰਬਾਣੀ ਆਪਾਂ ਪੜ੍ਹਦੇ ਹਾਂ, ਜ਼ਿਕਰ ਹੈ। ਭਾਈ ਗੁਰਦਾਸ ਜੀ ਇੱਥੇ ਦੱਸ ਰਹੇ ਨੇ ਕਿ ਜੇਕਰ ਅਸੀਂ ਦੁਬਾਰਾ ਭੁੱਲ ਭਟਕ ਕੇ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਗੁਰੂ ਸਿੱਖਣ ਕੋ ਭੁਲਬੋ ਨਾ ਰਿੱਧ ਮੈਂ ਨਿਹਾਰ ਹੈ, ਆਪਣੇ ਹਿਰਦੇ ਵਿੱਚ ਸਿੱਖ ਦੀ ਜੋ ਭੁੱਲ ਹੈ, ਗਲਤੀ ਹੈ, ਉਹਨੂੰ ਆਪਣੇ ਹਿਰਦੇ ਵਿੱਚ ਨਹੀਂ ਰੱਖਦੇ। ਜਿਹੜਾ ਆ ਜਾਂਦਾ ਹੈ ਉਹਨੂੰ ਆਪਣੀ ਸ਼ਰਨ ਵਿੱਚ ਲਾ ਲੈਂਦੇ ਨੇ। ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਸੋ ਇਹ ਭਾਈ ਗੁਰਦਾਸ ਜੀ ਦਾ ਜੋ ਪਾਵਨ ਕਵਿਤ ਹੈ ਉਹਨਾਂ ਇਨਸਾਨਾਂ ਲਈ ਹੈ ਜੋ ਕਿਤੇ ਨਾ ਕਿਤੇ ਭੁੱਲ ਗਏ, ਭਟਕ ਗਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰਨਾਂ ਦੇ ਦਰਾਂ ਤੇ ਬੇਮੁਖ ਹੋ ਕੇ ਗੁਰੂ ਗ੍ਰੰਥ ਸਾਹਿਬ ਤੋਂ ਚਲੇ ਗਏ ਨੇ। ਉਹਨਾਂ ਦੇ ਲਈ ਇਹ ਪਾਵਨ ਉਦਾਹਰਨਾਂ ਤੋਂ ਦੱਸਿਆ ਹੈ ਕਿ ਜੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾਵੋਗੇ, ਹਾਲ ਸਾਡਾ ਵਿਛੜੀ ਹੋਈ ਗਾਂ ਤੋਂ ਵੱਛੇ ਵਰਗਾ ਹੋਵੇਗਾ। ਜੇ ਹੋਰ ਦੇ ਦਰ ਤੇ ਜਾਵਾਂਗੇ ਤੇ ਸਾਡਾ ਹਾਲ ਮਾਨ ਸਰੋਵਰ ਨੂੰ ਛੱਡ ਕੇ ਛੱਪੜ ਤੇ ਬੈਠੇ ਹੋਏ ਹੰਸ ਵਰਗਾ ਹੋਵੇਗਾ। ਤੀਸਰੀ ਉਦਾਹਰਨ ਦੇ ਰਾਹੀਂ ਭਾਈ ਗੁਰਦਾਸ ਜੀ ਕਹਿੰਦੇ, ਐ ਗੁਰੂ ਦੇ ਸਿੱਖਾ, ਜੇ ਭੁੱਲ ਭਟਕ ਕੇ ਤੂੰ ਗੁਰੂ ਦੇ ਦਰ ਤੋਂ ਬੇਮੁਖ ਹੋ ਗਿਆ ਤਾਂ ਤੇਰਾ ਹਾਲ ਉਸ ਇਨਸਾਨ ਵਰਗਾ ਹੋਵੇਗਾ ਜੋ ਆਪਣੇ ਰਾਜੇ ਨੂੰ, ਆਪਣੀ ਸਰਕਾਰ ਨੂੰ ਛੱਡ ਕੇ ਦੂਜੀ ਸਰਕਾਰ ਵਿੱਚ ਜਾਂਦਾ ਹੈ, ਦੂਜੇ ਰਾਜੇ ਕੋਲ ਜਾਂਦਾ ਹੈ ਤੇ ਉੱਥੇ ਨੂੰ ਮਾਣ ਸਨਮਾਨ ਨਹੀਂ ਮਿਲਦਾ। ਸੋ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਆਪਣੇ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਕੋਲ ਆ। ਗੁਰੂ ਤੇਰੀ ਗਲਤੀ ਨੂੰ ਨਹੀਂ ਚਿਤਾਰੇਗਾ, ਗੁਰੂ ਤੈਨੂੰ ਗਾਲ ਨਾਲ ਲਾ ਲਵੇਗਾ। ਸੋ ਇਹ ਭਾਈ ਗੁਰਦਾਸ ਜੀ ਦਾ ਪਾਵਨ ਕਵਿਤ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸੋ ਇਸ ਪਾਵਨ ਕਵਿਤ ਨੂੰ, ਇਸ ਪਾਵਨ ਵਿਚਾਰ ਨੂੰ ਤੁਹਾਨੂੰ ਕਿਸ ਤਰ੍ਹਾਂ ਲੱਗੀ ਉਹ ਜ਼ਰੂਰ ਸ਼ੇਅਰ ਕਰਕੇ ਦੱਸਿਆ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।